ਮੁੰਡੇ ਦੀ ਡੈਥ ਹੋਈ ਆ ਓਵਰਡੋਜ਼ ਕਰਕੇ ਤੇ ਉਹਦੇ ਟੀਕਾ ਸਿਰਿੰਜ ਲਾ ਰਿਹਾ ਸੀਗਾ ਤੇ ਉਹਦੀ ਡੈਥ ਹੋ ਗਈ। ਤੇ ਤੁਸੀਂ ਹਾਲਾਤ ਦੇਖ ਲਓ ਵੀ ਲੱਕੜਾਂ ਨਸ਼ਾ ਸਸਤਾ ਮਿਲ ਰਿਹਾ, ਉਹਦੇ ਸੰਸਕਾਰ ਕਰਨ ਵਾਸਤੇ ਲੱਕੜਾਂ ਨਹੀਂ ਮਿਲੀਆਂ ਪਰਿਵਾਰ ਨੂੰ। ਅਸੀਂ ਸਰ ਚਿੱਟੇ ਦਾ ਨਸ਼ਾ ਕਰਦੇ ਹਾਂ ਤੇ ਹੁਣ ਅਸੀਂ ਛੱਡਣਾ ਚਾਹੁੰਦੇ ਹਾਂ। ਤੇ ਕੁਝ ਦਿਨ ਪਹਿਲਾਂ ਸਾਡਾ ਯਾਰ ਦੋਸਤ ਇੱਕ ਉਹਦੀ ਓਵਰਡੋਜ਼ ਕਾਰਨ ਮੌਤ ਹੋ ਗਈ, ਇਸ ਕਰਕੇ ਅਸੀਂ ਨਸ਼ਾ ਛੱਡਣਾ ਚਾਹੁੰਦੇ ਹਾਂ। ਹੋਰ ਕਿੰਨੇ ਕੁ ਜਣੇ ਕਰਦੇ ਨੇ ਮੁੰਡੇ ਨਸ਼ਾ? ਵੱਧ ਹੀ ਕਰਦੇ ਨੇ ਜੀ, ਬਾਕੀ ਲੈਣ ਆਉਂਦੇ ਨੇ ਨਸ਼ਾ ਪੱਤਾ ਜੀ, ਉਹਨਾਂ ਤੇ ਕੱਢ ਕੁੱਢ ਕੇ ਲਾ ਲੈਂਦੇ ਜੀ। ਜੇ ਕੋਈ 500 ਦਾ ਲੈਣਾ ਕਰਦਾ ਉਹਨੂੰ ਦੇ ਤਾਂ ਅੱਧਾ ਆਪ ਹੀ ਲਿਆ, ਐਂ ਕਰ ਲੈਂਦੇ। ਵੀਰੇ ਉਹ ਮਾਵਾਂ ਨੂੰ ਪੁੱਛ ਕੇ ਦੇਖੋ ਜਿਹੜੇ ਕੋਈ ਘਰਾਂ 'ਚ ਬਰਤਨ ਮਾਂਜਦੀਆਂ, ਕੋਈ ਘਰਾਂ 'ਚ ਕੰਮ ਕਰਦੀਆਂ, ਉਹ ਵਿਚਾਰੀਆਂ ਬਣਾਉਂਦੀਆਂ, ਕੋਈ ਸਿਲੰਡਰ ਖਰੀਦਦੀਆਂ, ਇਹ ਚੱਕ ਕੇ ਵੇਚ ਦਿੰਦੇ ਆ ਮਾਂ ਦੇ ਪੁੱਤ। ਕੋਈ ਚੁੱਲ੍ਹਾ ਘਰ ਦਾ ਵੀਰੇ ਰਾਸ਼ਨ ਤੱਕ ਵੀ ਵੇਚਿਆ। ਇਹ ਨਸ਼ਾ ਇੱਕ ਵਾਰ ਸਾਨੇ 4 ਵਾਰ ਸੇਵਨ ਕੀਤਾ ਨਸ਼ਾ, ਉਹ ਤੋਂ ਬਾਅਦ ਇਹ ਪੱਕਾ ਹੀ ਲੱਗ ਗਿਆ ਤੇ ਇਹਦੀ ਤੋੜ ਲੱਗਣ ਲੱਗ ਜਾਂਦੀ ਹੈ ਜੀ। ਇਹਦੇ ਕਰਕੇ ਨਸ਼ਾ ਛੁੱਟਦਾ ਨਹੀਂ ਹੈਗਾ ਜੀ। ਕਿੰਨੇ ਦਾ ਆਉਂਦਾ ਇਹ? ਇਹ ਘੱਟੋ ਘੱਟ 500 ਤੋਂ ਘੱਟ ਮਿਲਦਾ ਨਹੀਂ ਹੈਗਾ ਜੀ। ਮੈਂ ਜੇ ਬਸਤੀ 'ਚ ਜਾਂਦਾ ਕਿਸੇ ਦੀ ਮਦਦ ਕਰਨ ਵਾਸਤੇ ਰਾਤ ਦੇ ਟਾਈਮ, ਉੱਥੇ ਸ਼ਹਿਰ ਦੇ ਮੁੰਡੇ ਨਸ਼ਾ ਲੈਣ ਆਉਂਦੇ ਨੇਗੇ। ਸ਼ਹਿਰ ਦੇ ਮੁਹੱਲਿਆਂ ਦੇ ਮੁੰਡੇ ਬਸਤੀਆਂ ਦੇ ਵਿੱਚ ਨਸ਼ਾ ਲੈਣ। ਬਾਂਹ ਤੇ ਲੱਗਦਾ ਟੀਕਾ ਜੀ। ਅੱਛਾ, ਇਹ ਨਾੜਾਂ 'ਚ ਟੀਕਾ ਲੱਗਦਾ, ਜਿਵੇਂ ਆਪਾਂ ਬਲੱਡ ਖਿੱਚਦੇ ਆ ਜੀ, ਐਵੇਂ ਟੀਕਾ ਲੱਗਦਾ ਜੀ। ਕਹਿਣ ਨਹੀਂ ਆਇਆ, ਕੋਈ ਛਡਾਉਣ ਨਹੀਂ ਆਇਆ? ਕਹਿਣ ਕੋਈ ਨਹੀਂ ਆਉਂਦਾ ਜੀ, ਆਪਦਾ ਕਰਦੇ ਸਵਾਦ ਨੂੰ ਦੇਖਦਾ ਜੀ। ਬਸ ਸਾਡੇ ਤਾਂ ਕਰਦੇ ਨਹੀਂ ਜੀ, ਜਿਹੜੇ ਕਹਿੰਦੇ ਨੇ ਬਚ ਜਾਓਗੇ, ਕਿਸੇ ਦਾ ਕੀ ਲਾਇਓਗੇ, ਮਰ ਗਿਆ, ਕਿਸੇ ਨੇ ਨਹੀਂ ਪੁੱਛਿਆ। ਇੱਕ ਪਾਸੇ ਸਰਕਾਰਾਂ ਦੇ ਦਾਅਵੇ ਨੇ ਕਿ ਉਹ ਨਸ਼ਾ ਖਤਮ ਕਰ ਦੇਣਗੀਆਂ। ਕਦੇ ਮੌਜੂਦਾ ਸਰਕਾਰ ਨੇ ਵੱਡਾ ਦਾਅਵਾ ਕੀਤਾ ਸੀ ਕਿ ਸੱਤਾ ਵਿੱਚ ਆਉਣ ਦੇ ਉੱਤੇ ਪੰਜਾਬ ਦੇ ਵਿੱਚੋਂ ਨਸ਼ਿਆਂ ਦਾ ਬਿਲਕੁਲ ਖਾਤਮਾ ਕਰ ਦਿੱਤਾ ਜਾਵੇਗਾ। ਸਰਕਾਰ ਤਾਂ ਫਿਰੀ ਪਰ ਕੀ ਕਰੀਏ, ਨੌਜਵਾਨ ਪੀੜ੍ਹੀ। ਹਾਲਾਂਕਿ ਪਿਛਲੇ ਸਾਲਾਂ ਦੇ ਵਿੱਚ ਵੱਡਾ ਹੱਲਾ ਦੇਖਣ ਨੂੰ ਮਿਲਿਆ ਕਿ ਲਗਾਤਾਰ ਜੋ ਨਸ਼ੇ ਨੇ ਉਹ ਵੱਧਦੇ ਜਾ ਰਹੇ ਨੇ। ਇੱਕ ਪਾਸੇ ਸ਼ਰਾਬ ਦੇ ਵਗਦੇ ਦਰਿਆ ਨੇ, ਦੂਸਰੇ ਪਾਸੇ ਜੋ ਮੈਡੀਕਲ ਨਸ਼ੇ ਨੇ ਜਾਂ ਫਿਰ ਹੋਰ ਜੋ ਮਹਿੰਗੇ ਨਸ਼ੇ ਨੇ ਉਹਨਾਂ ਦੀ ਗੱਲ ਕਰ ਲਈ ਜਾਵੇ, ਜਿਸ ਨੇ ਪੰਜਾਬ ਦੀ ਨੌਜਵਾਨ ਪੀੜ੍ਹੀ ਨੂੰ ਇੰਨਾ ਆਦੀ ਬਣਾ ਦਿੱਤਾ ਹੈ ਕਿ ਉਹ ਬਿਲਕੁਲ ਉਸ ਕਗਾਰ ਦੇ ਉੱਤੇ ਚਲੇ ਗਏ ਨੇ ਜਿੱਥੋਂ ਮੁੜਨਾ ਮੁਸ਼ਕਲ ਹੈ। ਇੱਕ ਪਾਸੇ ਮੌਤ ਹੈ, ਦੂਸਰੇ ਪਾਸੇ ਨਸ਼ਿਆਂ ਦੀ ਵੱਡੀ ਦਲਦਲ ਹੈ। ਇਸ ਚੁੰਗਲ ਤੋਂ ਆਖਰ ਕਿਵੇਂ ਬਚ ਪਾਉਣਗੇ ਨੌਜਵਾਨ? ਤਸਵੀਰਾਂ ਤੁਹਾਨੂੰ ਦਿਖਾ ਰਹੇ ਹਾਂ ਸੰਗਰੂਰ ਦੇ ਉਹਨਾਂ ਨੌਜਵਾਨਾਂ ਦੀਆਂ ਨੇ ਜਿਹੜੇ ਨਸ਼ਾ ਛਡਾਊ ਕੇਂਦਰ ਦੇ ਵਿੱਚ ਆਏ ਨੇ। ਸ਼ਾਇਦ ਇੱਕ ਅਜਿਹੀ ਗੱਲ ਨੇ ਉਹਨਾਂ ਨੂੰ ਹਲੂਣਾ ਦਿੱਤਾ ਹੈ ਜਦੋਂ ਉਹਨਾਂ ਦੇ ਇੱਕ ਸਾਥੀ ਨੂੰ ਮਰਨ ਵੇਲੇ ਲੱਕੜਾਂ ਵੀ ਨਸੀਬ ਨਹੀਂ ਹੋਈਆਂ, ਸੰਸਕਾਰ ਵੀ ਨਹੀਂ ਉਹਦਾ ਲੱਕੜਾਂ ਦੇ ਨਾਲ ਕਰ ਸਕੇ। ਤਾਂ ਉਹਨਾਂ ਮਨ ਦੇ ਵਿੱਚ ਇਹ ਗੱਲ ਆਈ ਕਿ ਜੇ ਸਾਡੇ ਨਾਲ ਵੀ ਅਜਿਹਾ ਕੁਛ ਬਣ ਗਿਆ ਤਾਂ ਫਿਰ ਕਿੱਧਰ ਜਾਵਾਂਗੇ, ਪਰਿਵਾਰ ਰੁਲ ਜਾਣਗੇ। ਇਸ ਮਾਮਲੇ ਨੂੰ ਲੈ ਕੇ ਇਹ ਨੌਜਵਾਨ ਨਸ਼ਾ ਛਡਾਊ ਕੇਂਦਰ ਪਹੁੰਚਦੇ ਨੇ ਤਾਂ ਉੱਥੇ ਫਿਰ ਉਹਨਾਂ ਦੇ ਨਸ਼ਿਆਂ ਦਾ ਇਲਾਜ ਕੀਤਾ ਜਾਂਦਾ ਆ। ਤਸਵੀਰਾਂ ਤੁਹਾਨੂੰ ਦਿਖਾ ਰਹੇ ਹਾਂ। ਇਹਨਾਂ ਤਸਵੀਰਾਂ ਦੇ ਵਿੱਚ ਤੁਸੀਂ ਦੇਖ ਰਹੇ ਹੋ ਕਿ ਨਸ਼ਾ ਛਡਾਊ ਕੈਂਪ ਦੇ ਵਿੱਚ ਪੁੱਜ ਚੁੱਕੇ ਨੇ। ਇੱਕ ਸੰਸਥਾ ਜਿਹੜੀ ਨਸ਼ਾ ਛਡਾਉਣ ਦਾ ਕੰਮ ਕਰਵਾ ਰਹੀ ਹੈ ਇਹਨਾਂ ਨੌਜਵਾਨਾਂ ਕੋਲੋਂ। ਜਦੋਂ ਉੱਥੇ ਪੁੱਜਦੇ ਨੇ ਤਾਂ ਕਿਸ ਤਰੀਕੇ ਉਹਨਾਂ ਦੀ ਆਮਦ ਉੱਥੇ ਹੋਈ ਆ, ਸਭ ਤੋਂ ਪਹਿਲਾਂ ਸੰਸਥਾ ਦੇ ਇੱਕ ਵਲੰਟੀਅਰ ਦੇ ਮੂੰਹੋਂ ਹੀ ਸੁਣਦੇ ਆ, ਜਿਸ ਦੇ ਨਾਲ ਇਹ ਨੌਜਵਾਨ ਜੋ ਹੈ ਖੜੇ ਦਿਖਾਈ ਦੇ ਰਹੇ ਨੇ। ਸਭ ਤੋਂ ਪਹਿਲਾਂ ਜਾਣਦੇ ਹਾਂ ਕਿ ਇਹਨਾਂ ਮੁੰਡਿਆਂ ਦਾ ਜਿਨ੍ਹਾਂ ਨੇ ਨਸ਼ਾ ਛਡਾਉਣ ਦੇ ਬਾਰੇ ਗੱਲ ਕਰ ਰਹੇ ਨੇ ਕਿ ਸਾਡਾ ਨਸ਼ਾ ਛੁੱਟ ਜਾਵੇ, ਅਸੀਂ ਵੀ ਜ਼ਿੰਦਗੀ ਦੀ ਮੁੱਖ ਧਾਰਾ ਵਿੱਚ ਸ਼ਾਮਲ ਹੋ ਜਾਈਏ, ਤਾਂ ਕੀ ਕਹਿੰਦੇ ਨੇ ਨੌਜਵਾਨ? ਪਹਿਲਾਂ ਇਹਨਾਂ ਦੇ ਮੂੰਹੋਂ ਸੁਣਦੇ ਹਾਂ। ਚਿੱਟੇ ਦਾ ਨਸ਼ਾ ਕਰਦਾ ਸੀ ਤੇ ਵੀਰੇ 4 ਸਾਲ ਹੋ ਗਏ ਮੈਂ ਨਸ਼ਾ ਕਰਦਾ। ਕਿੰਨੀ ਉਮਰ ਹੈ? 26 ਸਾਲ। ਕਿੰਨਾ ਪੜਿਆ ਹੋਇਆ? 10 ਵੀਰੇ। ਕਿੱਥੋਂ ਲੈ ਕੇ ਆਉਂਦੇ ਸੀ ਨਸ਼ਾ, ਜਾਂ ਕਿੱਥੇ ਆਰਾਮ ਨਾਲ ਮਿਲ ਜਾਂਦਾ ਸੀ ਜਾਂ ਕੀ? ਬਸ ਵੀਰੇ ਉਰੇ ਹੈਗੇ ਨੇ ਵੀਰੇ 1-2 ਮੁੰਡੇ ਜੋ ਵੇਚਦੇ ਨੇ, ਉਹਨਾਂ ਤੋਂ ਮਿਲ ਜਾਂਦਾ ਸੀ। ਉਹਨਾਂ ਦੀ ਪਛਾਣ ਹੈ ਨਹੀਂ, ਅਗਲਾ ਪੈਸੇ ਫੜਦਾ ਸੀ ਤੇ ਫੜਾ ਜਾਂਦਾ ਸੀ। ਨਸ਼ੇ ਦੇ ਲਈ ਪੈਸੇ ਕਿੱਥੋਂ ਲੈ ਕੇ ਆਉਂਦੇ? ਕੀ ਕੰਮ ਕਰਦੇ ਸੀ ਜਾਂ ਕੀ ਕਰਦੇ? ਸਮਾਨ ਚੱਕਦੇ ਸੀ ਘਰ ਦਾ ਜਾਂ ਕੀ ਕਰਦੇ ਸੀ? ਵੀਰੇ ਘਰਦਿਆਂ ਨਾਲ ਕਈ ਵਾਰ ਲੜ ਕੇ ਲੈ ਲੈਣੇ, ਠੀਕ ਆ। ਕੋਈ ਰਿਸ਼ਤੇਦਾਰ ਆ ਗਿਆ, ਰਿਸ਼ਤੇਦਾਰ ਤੋਂ ਲੈ ਲੈਣੇ, ਜਾਂ ਕੋਈ ਸਮਾਨ ਫਾਲਤੂ ਪਿਆ ਘਰ 'ਚ, ਉਹ ਸਮਾਨ ਵੇਚ ਕੇ ਲੈ ਲੈਣਾ। ਕੀ ਰੇਟ ਕਿੰਨਾ ਮਿਲਦਾ ਕੀ ਨਸ਼ੇ ਦਾ? 4000 ਰੁਪਏ ਗ੍ਰਾਮ ਹਿਸਾਬ ਨਾਲ ਮਿਲਦਾ ਵੀਰੇ। ਹੁਣ ਤੱਕ ਕਿੰਨੇ ਕੁ ਦਾ ਨਸ਼ਾ ਕਰਦੇ ਹੋ? ਕੋਈ ਆਈਡੀਆ ਨਹੀਂ ਹੈਗਾ ਵੀਰੇ, ਬਹੁਤ ਦਾ ਕਰਕੇ। ਹਾਂ ਵੀਰੇ। ਹੁਣ ਛੱਡਣਾ ਚਾਹੁੰਦੇ ਹੋ? ਕਿਵੇਂ ਮਨ ਕਿਵੇਂ ਬਣਿਆ ਛੱਡਣ ਦਾ?
ਵੀਰੇ ਸਾਡੇ ਨਾ ਯਾਰ ਦੋਸਤ ਦੀ ਇੱਕ ਮੁੰਡੇ ਦੀ ਓਵਰਡੋਜ਼ ਕਾਰਨ ਡੈਥ ਹੋ ਗਈ ਤੇ ਉਹਦੇ ਘਰ ਦੇ ਉਹਦੇ ਪਿੱਛੇ ਉਸੇ ਕਰਕੇ ਸੀ, ਉਹੀ ਘਰ ਦਾ ਖਰਚਾ ਪਾਣੀ ਚਲਾਉਂਦਾ ਸੀ। ਤੇ ਸਾਡੀ ਸੋਚ ਪਈ ਯਾਰ ਜੇ ਅਸੀਂ ਮਰ ਗਏ ਤਾਂ ਸਾਡੇ ਬੱਚੇ ਨੇ, ਯਾਰ ਮੇਰੇ ਕੋਲ ਬਸ ਗੁੜੀ ਹੈਗੀ ਆ ਛੋਟੀ ਜੀ, ਤਾਂ ਫਿਰ ਉਹਦਾ ਬਾਅਦ ਵਿੱਚ ਕੌਣ ਸਾਂਭੂਗਾ। ਅੱਗੇ ਤਾਂ ਬਹੁਤ ਟਾਈਮ ਹਾਲਾਤ ਬਹੁਤ ਮਾੜੇ ਆਉਣ ਵਾਲੇ ਨੇ ਵੀਰੇ, ਠੀਕ ਆ। ਹੁਣ ਤਾਂ ਇਹਦੇ ਕਰਕੇ ਵੀਰੇ ਸਾਨੂੰ ਰਵੀ ਭਾਜੀ ਮਿਲੇ ਤੇ ਨਾ ਵਿਕਰਮ ਭਾਜੀ ਉੱਥੇ ਸਾਡੇ ਨਾਲ ਹੀ ਗਵਾਂਢ 'ਚ ਵੀਰੇ ਕਿਸੇ ਦੀ ਹੈਲਪ ਕਰਨ ਵਾਸਤੇ ਆਏ ਹੋਏ ਸੀ, ਠੀਕ ਆ ਵੀਰੇ। ਉਹਦਾ ਇਲਾਜ ਕਰਦੇ ਸੀ ਤੇ ਇਹਨਾਂ ਨੇ ਸਾਨੂੰ ਵੀਰੇ ਦੱਸਿਆ ਵੀ ਐਂ ਕਰਕੇ ਤੁਹਾਡੇ ਐਂ ਮੁੰਡੇ ਨਾਲ ਉਹਨਾਂ ਨੂੰ ਲੱਕੜਾਂ ਦੀ ਵੀ ਨਹੀਂ ਮਿਲੀਆਂ ਹੈਗੀਆਂ। ਤੇ ਵੀਰੇ ਉਹਦੇ ਕਰਕੇ ਸਾਡੇ ਯਾਰ ਮਨ 'ਚ ਹੋਇਆ ਵੀ ਹਾਂ ਅਸੀਂ ਵੀ ਛੱਡੀਏ ਨਸ਼ਾ ਤੇ ਅਸੀਂ ਵੀ ਇਹ ਦਲਦਲ 'ਚੋਂ ਨਿਕਲੀਏ। ਤੇ ਸਾਡੇ ਵਿਕਰਮ ਭਾਜੀ ਨੇ ਸਾਡਾ ਬਹੁਤ ਸਾਥ ਦਿੱਤਾ। ਇਹਦੇ ਕਰਕੇ ਵੀਰੇ ਵਿਕਰਮ ਭਾਜੀ ਕਰਕੇ ਅਸੀਂ ਇਹ ਸੈਂਟਰ 'ਚ ਆਏ ਤੇ ਸਾਨੂੰ ਡੀਸੀ ਸਾਹਿਬ ਲਵੇ ਲੈ ਕੇ ਗਏ। ਪੱਕਾ ਮਨ ਬਣਾ ਕੇ ਆਏ ਕਿ ਹਾਂ ਵੀਰੇ ਪੱਕਾ ਮਨ। ਜਦੋਂ ਇਹ ਨੌਜਵਾਨ ਨਸ਼ਾ ਛਡਾਊ ਕੇਂਦਰ ਦੇ ਵਿੱਚ ਪੁੱਜੇ ਨੇ ਤਾਂ ਉਸ ਵਕਤ ਕੀ ਕਹਿਣਾ ਨਸ਼ਾ ਛਡਾਊ ਕੇਂਦਰ ਦੇ ਪ੍ਰਬੰਧਕਾਂ ਦਾ, ਨੌਜਵਾਨ ਵਲੰਟੀਅਰ ਤੇ ਇੱਥੋਂ ਦੇ ਮੁਖੀ ਦੇ ਮੂੰਹੋਂ ਸੁਣਦੇ ਹਾਂ। ਤੁਹਾਡੇ ਬਸਤੀ ਦੇ ਨੇ ਨਸ਼ਾ ਛੱਡਣਾ ਚਾਹੁੰਦੇ ਨੇ, ਕੀ ਕਹਿਣਾ ਚਾਹੋਗੇ? ਕੀ ਨਸ਼ਾ ਜਿਹੜਾ ਚਿੱਟਾ ਇੰਨਾ ਮਹਿੰਗਾ ਵਿਕਦਾ, ਭਾਂਡੇ ਭੁੰਡੇ ਵੇਚ ਚੁੱਕੇ ਨੇ, ਕਿਸ ਤਰ੍ਹਾਂ ਤੁਸੀਂ ਇਹਨਾਂ ਨੂੰ ਮਨਾਇਆ? ਵੀਰੇ ਇਹ ਮੇਰੇ ਕੋਲ ਆਏ ਭਾਜੀ ਵੀ ਅਸੀਂ ਨਸ਼ਾ ਪੱਤਾ ਛੱਡਣਾ ਚਾਹੁੰਦੇ ਹਾਂ। ਐਡੇ ਐਡੇ ਬੱਚੇ ਛੋਟੇ ਵੀ, ਕੋਈ ਟਰਮਾਟੋਲ, ਕੋਈ ਪੇਪਰ ਵਗੈਰਾ, ਇੰਨਾ ਸਿਸਟਮ ਖਰਾਬ ਹੋਇਆ ਪਿਆ। ਛੋਟੇ ਛੋਟੇ ਜਵਾਕ ਜਿਹੜੇ 12 13 ਸਾਲਾਂ ਦੇ ਆ ਬੱਚੇ ਵੀਰੇ, ਉਹ ਵੀ ਇਸ ਚੀਜ਼ 'ਚ ਵੜ ਗਏ। ਮੈਂ ਤਾਂ ਸਰਕਾਰ ਨੂੰ ਇਹੀ ਮੰਗ ਕਰਨਾ ਚਾਹੁੰਦਾ ਵੀ ਇਹ ਬੱਚਿਆਂ ਨੂੰ ਬਚਾਇਆ ਜਾਵੇ। ਜਿਹੜੇ ਅੱਗੇ ਆ ਰਹੇ ਆ ਪਹਿਲ ਕਰ ਲਿਆ, ਬਹੁਤ ਵਧੀਆ ਇਹਨਾਂ ਦਾ ਵੀਰੇ। ਉਹ ਮਾਵਾਂ ਨੂੰ ਪੁੱਛ ਕੇ ਦੇਖੋ ਜਿਹੜੇ ਕੋਈ ਘਰਾਂ 'ਚ ਬਰਤਨ ਮਾਂਜਦੀਆਂ, ਕੋਈ ਘਰਾਂ 'ਚ ਕੰਮ ਕਰਦੀਆਂ, ਉਹ ਵਿਚਾਰੀਆਂ ਬਣਾਉਂਦੀਆਂ, ਕੋਈ ਸਿਲੰਡਰ ਖਰੀਦਦੀਆਂ, ਇਹ ਚੱਕ ਕੇ ਵੇਚ ਦਿੰਦੇ ਆ ਮਾਂ ਦੇ ਪੁੱਤ। ਕੋਈ ਚੁੱਲ੍ਹਾ ਘਰ ਦਾ ਵੀਰੇ, ਰਾਸ਼ਨ ਤੱਕ ਵੀ ਵੇਚਿਆ। ਹੋਰ ਐਦੂ ਜ਼ਿਆਦਾ ਨਸ਼ੇ 'ਚ ਕਿਹੜਾ ਨਸ਼ਾ ਕਰਦੇ ਨੇ ਜ਼ਿਆਦਾਤਰ ਤੁਹਾਡੇ? ਵੀਰ ਜੀ ਹੁਣ ਤਾਂ ਨਸ਼ਾ ਫਿਲਹਾਲ ਤਾਂ ਚਿੱਟੇ ਦਾ ਬਹੁਤ ਦੌਰ। ਮੈਂ ਡੇਲੀ ਦੇਖਦਾ ਕੋਈ ਟੀਕੇ ਲਾਉਂਦਾ ਵੀਰੇ, ਡੇਲੀ ਸਮਝਾਉਂਦੇ ਵੀ ਆ ਇਹਨਾਂ ਨੂੰ ਵੀ ਵੀਰੇ ਇਸ ਚੀਜ਼ 'ਚੋਂ ਨਿਕਲੋ। ਕੋਸ਼ਿਸ਼ ਇਹੀ ਕਰਦੇ ਰਹਿੰਦੇ ਆ ਵੀ ਇਹ ਬੱਚੇ ਸਮਝ ਜਾਣ ਇਸ ਚੀਜ਼ ਨੂੰ। ਫਿਰ ਸਰਕਾਰ ਤੇ ਪ੍ਰਸ਼ਾਸਨ ਕੋਈ ਕਰਦਾ ਮਦਦ? ਵੀਰੇ ਸਰਕਾਰ ਤਾਂ ਬਹੁਤ ਨਾਕਾਮੀ ਹੈ ਇਸ ਕੰਮ 'ਚ। ਸਰਕਾਰ ਨੂੰ ਥੋੜ੍ਹਾ ਜਿਹਾ ਜਾਗਣਾ ਚਾਹੀਦਾ, ਕਦਮ ਇਹ ਚੱਕਣਾ ਚਾਹੀਦਾ ਵੀ ਇਹ ਨਸ਼ੇ 'ਤੇ ਰੋਕ ਲੱਗੇ ਇਸ ਚੀਜ਼ 'ਤੇ। ਠੀਕ ਹੈ ਜੀ। ਜ਼ਰੂਰ ਸਾਡੇ ਨਾਲ ਸਮਾਜ ਸੇਵੀ ਨੇ ਜਿਹੜੇ ਇਹਨਾਂ ਨੂੰ ਮੁੰਡਿਆਂ ਨੂੰ ਲੈ ਕੇ ਆਏ ਨੇ, ਕੀ ਕਹਿਣਾ ਚਾਹੋਗੇ ਸਿੱਧੂ ਸਾਹਿਬ? ਕਿਸ ਤਰ੍ਹਾਂ ਮੁੰਡਿਆਂ ਨੂੰ ਮਨਾਇਆ ਤੇ ਕਿਸ ਤਰ੍ਹਾਂ ਜਿਹੜੀ ਯੂਥ ਹੈ ਨਸ਼ੇ ਦੇ ਵਿੱਚ ਗਰਕ ਹੋ ਚੁੱਕੀ ਹੈ ਤੇ ਸਰਕਾਰ ਵਾਅਦੇ ਦੇ ਦਾਅਵੇ ਬਹੁਤ ਕਰ ਰਹੀ ਹੈ, 4.5 ਸਾਲ ਹੋ ਚੁੱਕੇ ਨੇ। ਵਾਅਦੇ ਦਾਅਵੇ ਬਾਈ ਸਾਰੇ ਤੁਹਾਡੇ ਸਾਹਮਣੇ ਹੀ ਨੇਗੇ। ਜਿਹੜੇ ਹਾਲਾਤ ਤੁਸੀਂ ਹੁਣ ਦੇਖ ਰਹੇ ਹੋਗੇ, ਇਹ ਹਰ ਜੈ ਲਾ ਲਓ ਵੀ ਮਹੱਲਿਆਂ ਦੇ ਵਿੱਚ ਆਪਣੇ ਜੇ ਕੋਈ ਮਹੱਲਾ ਬਚਿਆ ਨਹੀਂ ਹੈਗਾ ਜਿੱਥੇ 2-4 ਮੁੰਡੇ ਨਾ ਹੋਣ। ਇਹ ਅੱਜ ਦੇ ਅਸਲ ਹਾਲਾਤ ਨੇਗੇ। ਮੈਂ ਜੇ ਬਸਤੀ 'ਚ ਜਾਂਦਾ ਕਿਸੇ ਦੀ ਮਦਦ ਕਰਨ ਵਾਸਤੇ ਰਾਤ ਦੇ ਟਾਈਮ, ਉੱਥੇ ਸ਼ਹਿਰ ਦੇ ਮੁੰਡੇ ਨਸ਼ਾ ਲੈਣ ਆਉਂਦੇ ਨੇਗੇ। ਸ਼ਹਿਰ ਦੇ ਮਹੱਲਿਆਂ ਦੇ ਮੁੰਡੇ ਬਸਤੀਆਂ ਦੇ ਵਿੱਚ ਨਸ਼ਾ ਲੈਣ ਆਉਂਦੇ ਨੇਗੇ ਤੇ ਨਸ਼ਾ ਵਿਕਦਾ ਵੀ ਹੈ, ਖੁੱਲ੍ਹੇਆਮ ਵਿਕ ਵੀ ਰਿਹਾ ਹੈਗਾ, ਲਾ ਵੀ ਰਹੇ ਨੇਗੇ ਤੇ ਈਜ਼ੀਲੀ। ਇਹਨਾਂ ਨੇ ਪਹਿਲਾਂ ਵੀ ਦੱਸਿਆ ਹੈਗਾ ਵੀ 400-500 ਰੁਪਏ ਦਾ ਇਹਨਾਂ ਨੂੰ ਡੇਲੀ ਇਹ ਯੂਜ਼ ਕਰ ਰਹੇ ਨੇ, ਉਹਦੇ ਲਈ ਇਹ ਚੋਰੀਆਂ ਕਰ ਰਹੇ ਨੇ, ਕ੍ਰਾਈਮ ਵੱਧ ਰਿਹਾ ਹੈਗਾ, ਠੀਕ ਹੈ। ਤੇ ਸਾਡੇ ਕੋਲ ਮੇਰੇ ਕੋਲ ਕੁਛ ਹਫ਼ਤਾ ਕੁ ਹੋ ਗਿਆ, ਇੱਕ ਮੁੰਡੇ ਦੀ ਡੈਥ ਹੋਈ ਆ ਓਵਰਡੋਜ਼ ਕਰਕੇ ਤੇ ਉਹਦੇ ਟੀਕਾ ਸਿਰਿੰਜ ਲਾ ਰਿਹਾ ਸੀਗਾ ਤੇ ਉਹਦੀ ਡੈਥ ਹੋ ਗਈ। ਤੇ ਤੁਸੀਂ ਹਾਲਾਤ ਦੇਖ ਲਓ ਵੀ ਲੱਕੜਾਂ, ਨਸ਼ਾ ਸਸਤਾ ਮਿਲ ਰਿਹਾ, ਉਹਦੇ ਸੰਸਕਾਰ ਕਰਨ ਵਾਸਤੇ ਲੱਕੜਾਂ ਨਹੀਂ ਮਿਲੀਆਂ ਪਰਿਵਾਰ ਨੂੰ। ਪਰਿਵਾਰ ਦਾ ਫੋਨ ਪਤਾ ਕਿਹੜੀ ਗੱਲ ਪਿੱਛੇ ਹੈ ਵੀ ਸਾਡੇ ਮੁੰਡੇ ਦਾ ਸੰਸਕਾਰ ਕਰਾ ਦਿਓ ਜੀ। ਸਾਡੇ ਕੋਲ ਲੱਕੜਾਂ ਦੇ ਜਿਹੜੇ ਸ਼ਮਸ਼ਾਨ ਘਾਟ 'ਚ ਪੈਸੇ ਲੈਂਦੇ ਨੇ, ਉਹ ਸਾਡੇ ਕੋਲ ਉਹ ਪੈਸੇ ਤੱਕ ਨਹੀਂ ਹੈਗੇ। ਇਹੀ ਚੀਜ਼ ਕਰਕੇ ਮੁੰਡਿਆਂ ਨੂੰ ਸਮਝਾਇਆ ਤੁਸੀਂ ਇਹਨਾਂ ਨੂੰ? ਮੈਂ ਫਿਰ ਉੱਥੇ ਜਦੋਂ ਸੰਸਕਾਰ ਕਰਨ ਗਏ, ਉੱਥੇ ਮੁੰਡੇ ਮਿਲੇ, ਇਹਨਾਂ ਨੂੰ ਇੱਕ ਤਰ੍ਹਾਂ ਨਾਲ ਖੜ ਕੇ ਮੈਂ ਜਦੋਂ ਸਾਰੇ ਸੰਸਕਾਰ ਤੇ ਫਿਰ ਇਹਨਾਂ ਨੂੰ ਕਿਹਾ, ਇਹਨਾਂ ਦੇ ਬਸਤੀ ਦੇ ਬਜ਼ੁਰਗਾਂ ਨੂੰ ਵੀ ਕਿਹਾ ਵੀ ਤੁਸੀਂ ਆਵਾਜ਼ ਕਿਉਂ ਨਹੀਂ ਚੁੱਕਦੇ, ਤੁਸੀਂ ਅੱਗੇ ਕਿਉਂ ਨਹੀਂ ਆਉਂਦੇ ਹੈਗੇ। ਤਾਂ ਇਹੀ ਗੱਲ ਤੋਂ ਪ੍ਰਭਾਵਿਤ ਹੋ ਕੇ ਲਾ ਲਓ ਜਾਂ ਮੋਟੀਵੇਟ ਹੋ ਕੇ ਲਾ ਲਓ, ਉਹਨਾਂ ਨੇ ਮੇਰੇ ਕੋਲ 4 ਮੁੰਡੇ ਆਏ, 2 ਦੀ ਦਵਾਈ ਸ਼ੁਰੂ ਹੋ ਗਈ, 2 ਦੀ ਅੱਜ ਉਰੇ ਆਪਾਂ ਭਰਤੀ ਕਰਵਾ ਰਹੇ ਹਾਂ। ਚਿੱਟੇ ਦਾ ਨਸ਼ਾ ਹੈ ਬੜਾ, ਕਹਿੰਦੇ ਨੇ ਸਟਰੋਂਗ ਹੈ ਵੀ 3-4 ਵਾਰ ਖਾਵੇ ਫਿਰ ਐਡਿਕਟ ਹੋ ਜਾਂਦਾ ਗਾ। ਮਹਿੰਗਾ ਵੀ ਬਹੁਤ ਹੈ, ਮਹਿੰਗਾ ਹੁੰਦਾ ਗਾ ਤਾਂ ਚੋਰੀਆਂ ਵੀ ਵੱਧਦੀਆਂ ਨੇ, ਬੰਦਾ ਮਰਨ ਵਾਲੀ ਪੋਜੀਸ਼ਨ 'ਤੇ ਆ ਜਾਂਦਾ ਗਾ। ਜਿਸ ਤਰ੍ਹਾਂ ਲੁੱਟ ਖੋਹ ਵੀ ਹੋ ਰਹੀ ਹੈ ਵੀ ਇਹ ਕ੍ਰਾਈਮ ਨੂੰ ਜਨਮ ਵੀ ਦਿੰਦਾ ਗਾ। ਮੇਨ ਕ੍ਰਾਈਮ ਦਾ ਮੇਨ ਐ ਲਾ ਲਓ ਵੀ 70% ਨਸ਼ੇ ਕਰਕੇ ਹੀ ਹੋ ਰਹੇਗਾ। ਜੇ ਕਈ ਤਾਂ ਆਦੀ ਹੋ ਗਏ, ਕੋਈ ਜਿਹੜੇ ਗੁਨਾਹਗਾਰ ਨੇਗੇ, ਜਿਹੜਾ ਹੁਣ ਕ੍ਰਾਈਮ ਦੇ ਚੋਰੀਆਂ ਹੋ ਰਹੀਆਂ, ਲੁੱਟਾਂ ਹੋ ਰਹੀਆਂ ਸੰਗਰੂਰ ਦੇ ਵਿੱਚ, ਤੁਸੀਂ ਪਿਛਲੇ 1 ਮਹੀਨੇ ਦਾ ਰਿਕਾਰਡ ਕਢਾ ਕੇ ਦੇਖਿਓ ਵੀ ਕਿੰਨੇ ਮੋਬਾਈਲ ਥਾਣੇ 'ਚ ਜਾ ਕੇ ਚੋਰੀ ਹੋਏ ਨੇਗੇ। ਪੁਲਿਸ ਤਾਂ ਸੈਮੀਨਾਰ ਲਾ ਰਹੀ ਹੈ, ਲੋਕਾਂ ਨੂੰ ਸਮਝਾ ਰਹੀ ਹੈ। ਮੈਂ ਤਾਂ ਦੇਖਿਆ ਨਹੀਂ ਵੀਰੇ ਹਾਲੇ ਤੱਕ ਕੋਈ। ਤੇ ਚਲੋ ਜੇ ਹੋ ਲਾ ਵੀ ਰਹੀ ਹੈ ਤਾਂ ਵਧੀਆ ਗੱਲ ਹੈ। ਮੇਨ ਇਹੀ ਹੈ ਨਾ ਵੀ ਤੁਸੀਂ ਇੱਕ ਵਾਰ ਡਾਟਾ ਤਾਂ ਕਢਵਾ ਕੇ ਦੇਖੋ ਵੀ ਪਿਛਲੇ 2 ਮਹੀਨੇ 'ਚ ਕਿੰਨੇ ਮੋਬਾਈਲ ਖੋਹਾਂ ਹੋਈਆਂ ਨੇ, ਕਿੰਨੀਆਂ ਰਿਪੋਰਟਾਂ ਲਿਖੀਆਂ ਗਈਆਂ ਨੇ। ਉੱਥੋਂ ਤੁਹਾਨੂੰ ਅੰਦਾਜ਼ਾ ਹੋਊਗਾ ਵੀ ਕਿੰਨਾ ਕ੍ਰਾਈਮ ਹੋ ਰਿਹਾ ਤੇ ਇਹ ਸਾਰਾ ਨਸ਼ੇ ਪਿੱਛੇ ਹੀ ਹੋ ਰਿਹਾਗਾ। ਨਸ਼ੇੜੀ ਨੇ ਸਾਰੇ ਮੁੰਡੇ। ਸ਼ਰਮਾ ਜੀ, ਕਿੰਨੇ ਮੁੰਡੇ ਆਏ ਨੇ ਤੇ ਕਿਸ ਤਰ੍ਹਾਂ ਨਸ਼ਾ ਕਰਦੇ, ਕਿਸ ਤਰ੍ਹਾਂ ਹਾਲਾਤ?
ਪਹਿਲੀ ਗੱਲ ਤਾਂ ਮੈਂ ਇਹ ਖੁਸ਼ੀ ਮਹਿਸੂਸ ਕਰਦਾ ਵੀ ਮੇਰੇ ਸਾਹਮਣੇ ਪ੍ਰੈਸ ਦੇ ਪ੍ਰਤੀਨਿਧ ਵੀ ਆਏ ਨੇ, ਸਰਕਾਰ ਪ੍ਰੈਸ ਦੇ ਪ੍ਰਤੀਨਿਧ ਵੀ ਆਏ ਨੇ, ਯੂਥ ਪਾਵਰ ਦੇ ਗਰੁੱਪ ਦੇ ਮੈਂਬਰ ਵੀ ਆਏ ਨੇ, ਅਤੇ ਤੁਸੀਂ ਜਿਹੜਾ ਕਿ ਸੁਨੇਹਾ ਨਸ਼ਾ ਮੁਕਤ ਲਈ ਦਿੱਤਾ ਹੈ, ਮੈਂ ਇਸ ਦੇ ਲਈ ਆਭਾਰ ਪ੍ਰਗਟ ਕਰਦਾ। 4 ਨੌਜਵਾਨ ਸਾਡੇ ਕੋਲ ਆਏ ਸੀ ਅਤੇ 4 ਚੋਂ ਜਦੋਂ ਕਾਉਂਸਲਿੰਗ ਕਰਨ ਲੱਗੇ ਤਾਂ 2 ਪੇਸ਼ੈਂਟ ਨੇ ਸਾਡੇ ਕੋਲ ਆਏ। 2 ਚੋਂ ਕਾਉਂਸਲਿੰਗ ਚੋਂ ਹਾਲਾਂਕਿ ਬਿਨਾਂ ਟੈਸਟ ਤੋਂ ਹੀ ਨਸ਼ਈ ਜਿਹੜਾ ਨਸ਼ਾ ਕਰਦਾ ਸੀ ਉਸੇ ਨੇ ਦੱਸਿਆ ਕਿ ਮੈਂ ਕਾਲੇ ਪੀਲੀ ਦਾ ਵੀ ਸ਼ਿਕਾਰ ਹੋਇਆ ਅਤੇ ਮੈਂ ਏਡਜ਼ ਦਾ ਸ਼ਿਕਾਰ ਵੀ ਹਾਂ। ਜਿੱਥੋਂ ਤੱਕ ਕਾਲਾ ਪੀਲੀਆ ਅਤੇ ਏਡਜ਼ ਦੋਨੇ ਹੀ ਸੰਬੰਧ ਨੇ, ਉਹ ਸਾਡੇ ਲਈ ਇਹ ਦੋਨਾਂ ਭਿਆਨਕ ਬਿਮਾਰੀਆਂ ਦੇ ਜਿਹੜੇ ਸ਼ਿਕਾਰ ਹੋਣ ਉਹਨਾਂ ਲਈ ਦੂਜੇ ਮਰੀਜ਼ਾਂ ਦੇ ਨਾਲ ਰੱਖਣਾ ਸਾਡੇ ਲਈ ਬੜਾ ਮੁਸ਼ਕਲ ਹੈ। ਇਸ ਲਈ ਉਹਦਾ ਅਸੀਂ ਬੜੇ ਨਿਮਰਤਾ ਨਾਲ ਮੈਂ ਗੱਲ ਕਰ ਦਿੱਤੀ ਹੈ ਕਿ ਸਮਰੱਥਾ ਇਸ ਪੱਖ ਤੋਂ ਦੂਜਾ ਮਰੀਜ਼ ਹੈ ਜਿਹੜਾ ਅਸੀਂ ਉਸ 'ਤੇ ਫੋਕਸ ਕਰ ਰਹੇ ਹਾਂ। ਕਰੋਨਾ ਦਾ ਟੈਸਟ ਕਰਾਉਣ ਤੋਂ ਬਾਅਦ ਉਹਨੂੰ ਅਸੀਂ ਦਾਖਲ ਕਰ ਲਵਾਂਗੇ। ਸਰ, ਜਿਸ ਤਰ੍ਹਾਂ ਭਿਆਨਕ ਬਿਮਾਰੀ ਲੱਗੀ ਹੈ, ਸਰਿੰਜਾਂ ਨਾਲ ਇਹ ਹੋਰ ਵੀ ਫੈਲੀ ਹੋਣੀ ਜਿਸ ਏਰੀਏ 'ਚ ਆਏ ਹੋਣੇ? ਦੇਖੋ, ਇਸ ਤਰੀਕੇ ਨਾਲ ਹੈ ਜਿਵੇਂ ਆਪਣੇ ਲਾਗਲੇ ਪਿੰਡ 'ਚ ਹੀ ਇੱਕ ਘਟਨਾ ਹੋਈ ਸੀ ਪਿੱਛੇ ਜੇ ਕਿ ਇੱਕ ਲੜਕਾ ਦੇਖਿਆ ਸੀ ਅਤੇ ਜਦੋਂ ਉਹਦੀ ਪੜਤਾਲ ਹੋਈ ਹੈ ਤਾਂ 14 ਲੜਕੇ ਆ ਗਏ ਸਨ। 14 'ਚੋਂ ਜਦੋਂ ਬਾਅਦ 'ਚ ਦੇਖਿਆ ਤਾਂ 8 ਲੜਕੇ ਇਹਦੇ ਨਾਲ ਜੁੜੇ ਹੋਏ ਆਏ ਸੀ ਅਤੇ ਉਹ ਕਹਿ ਰਹੇ ਸੀ ਕਿ ਇਸ ਤਰੀਕੇ ਦੇ 7-8 ਗਰੁੱਪ ਸਾਡੇ ਪਿੰਡ ਦੇ ਵਿੱਚ ਹੋਰ ਵੀ ਨੇ, 8 ਨਹੀਂ ਹਨ। ਬਹੁਤ ਸਾਰੇ ਪਿੰਡਾਂ 'ਚ ਇਸ ਤਰੀਕੇ ਦਾ ਹੈ। ਜਦੋਂ ਇੱਕ ਮੁੰਡੇ ਤੋਂ ਪੁੱਛੀਦਾ ਨਾ ਜਿਹੜਾ ਏਡਜ਼ ਦਾ ਪੇਸ਼ੈਂਟ ਹੈ, ਉਹ ਇਹ ਕਹਿੰਦਾ ਕਿ ਇਹ ਸਰਿੰਜ ਹੈ ਜਿਹੜੀ ਅਸੀਂ ਇਕੱਲਾ ਇੱਕ ਮੁੰਡਾ, ਉਸ ਪਿੰਡ 'ਚ 100 ਹੈਗੇ ਨੇ ਨਸ਼ਾ ਕਰਨ ਵਾਲੇ ਨੇ। ਤਾਂ ਇਹ ਸਥਿਤੀ ਹੈ ਜਿਹੜੀ ਗੰਭੀਰ ਬਣੀ ਹੋਈ ਹੈ, ਜਿਹਨੂੰ ਚੈੱਕ ਕਰਨਾ ਜ਼ਰੂਰੀ ਹੈ। ਚੈੱਕ ਸਰਕਾਰ ਨੇ ਵੀ ਕਰਨਾ, ਚੈੱਕ ਸਮਾਜ ਨੇ ਵੀ ਕਰਨਾ। ਸਰ, ਜਿਹੜੇ ਮੁੰਡੇ ਨੂੰ ਏਡਜ਼ ਹੋਇਆ ਹੈ ਜਾਂ ਕਾਲਾ ਪੀਲੀਆ, ਉਹਨੂੰ ਕੀ ਹੁਣ ਭਰਤੀ ਕੀਤਾ ਜਾਊਗਾ ਜਾਂ ਕੀ ਉਹਦਾ ਇਲਾਜ? ਸਾਡੇ ਲਈ ਦੇਖੋ ਇਸ ਤਰੀਕੇ ਨਾਲ ਹੈ ਜੀ, ਏਡਜ਼ ਦਾ ਤੁਹਾਨੂੰ ਵੀ ਪਤਾ ਹੈ ਵੀ ਦੂਜੇ ਨੂੰ ਖੂਨ ਵੀ ਚਲਾ ਗਿਆ, ਫਰਜ਼ ਕਰੋ ਆਪਸ ਵਿੱਚ ਹੀ ਲੜ ਪਏ ਨੇ ਅਤੇ ਉਹਦਾ ਖੂਨ ਕਿਸੇ ਤਰੀਕੇ ਨਾਲ ਦੂਜੇ ਦੇ ਚਲਾ ਗਿਆ ਤਾਂ ਦੂਜੇ ਨਾਲ ਵੀ ਲਪੇਟ 'ਚ ਆ ਜਾਣਗੇ, ਹੋਰ ਵੀ ਹੋਣਗੇ। ਇਸੇ ਤਰੀਕੇ ਨਾਲ ਕਾਲਾ ਪੀਲੀਆ ਹੈ। ਕਾਲੇ ਪੀਲੀਏ ਦਾ ਤਾਂ ਇਹ ਹੁੰਦਾ ਵੀ ਜੇ ਕਿਸੇ ਨੂੰ ਕਾਲਾ ਪੀਲੀਆ ਹੋਇਆ ਤਾਂ ਫੈਮਿਲੀ ਵਾਲਿਆਂ ਨੂੰ ਕਿਹਾ ਜਾਂਦਾ ਕਿ ਤੁਸੀਂ ਜਿਹੜਾ ਖਾਣਾ ਹੈ ਇਸ ਤੋਂ ਅਲੱਗ ਰੱਖਣਾ। ਇਨਫੈਕਸ਼ਨ ਲਾਗ ਦੀ ਬਿਮਾਰੀ ਹੈ ਇਹ। ਇਸ ਵਾਸਤੇ ਉਹਦਾ ਤਾਂ ਮੈਂ ਪਹਿਲੀ ਬੇਨਤੀ ਕਰਤੀ ਸੀ ਕਿ ਮੁਸ਼ਕਿਲ ਹੈ ਸਾਡੇ ਵਾਸਤੇ ਵੀ ਉਹਨੂੰ ਹੁਣ ਭਰਤੀ ਨਹੀਂ ਕੀਤਾ ਜਾਊਗਾ। ਉਦੋਂ ਨਹੀਂ ਕੀਤਾ ਜਾਏਗਾ। ਉਹ ਸਿਵਲ ਹਸਪਤਾਲ 'ਚ ਤੁਸੀਂ ਉਹਨਾਂ ਦਾ ਰਾਏ ਲੈ ਲਓ, ਜਿਵੇਂ ਉਹ ਕਹਿੰਦੇ ਨੇ ਆਪਾਂ ਕਰ ਲਾਂਗੇ। ਸਾਡੇ ਕੋਲ ਸਾਈਕੈਟਰਿਸਟ ਵੀ ਉੱਥੇ ਹੀ ਆਉਂਦੇ ਨੇ ਅਤੇ ਜੇ ਉਹਨਾਂ ਨੇ ਹੱਥ ਪਾ ਲਿਆ ਆਪਾਂ ਹੱਥ ਪਾ ਲਵਾਂਗੇ। ਜਦੋਂ ਇਸ ਬਾਰੇ ਸਾਡੇ ਸਹਿਯੋਗੀ ਕੀਰਤੀਪਾਲ ਹੋਰਾਂ ਵੱਲੋਂ ਗੱਲਬਾਤ ਕੀਤੀ ਗਈ ਤਾਂ ਫਿਰ ਕੀ ਕਹਿਣਾ ਸੀ ਇਹਨਾਂ ਨੌਜਵਾਨਾਂ ਦਾ, ਆਓ ਉਹ ਵੀ ਸੁਣ ਲੈਂਦੇ ਹਾਂ। ਨਸ਼ੇ ਬਾਰੇ ਕਿਸ ਤਰ੍ਹਾਂ ਦਾ ਨਸ਼ਾ ਕਰਦੇ ਹੋ? ਹੁਣ ਤੁਸੀਂ ਨਸ਼ਾ ਛੱਡਣ ਆਏ ਹੋ, ਕੀ ਕਹਿਣਾ ਚਾਹੋਗੇ? ਅਸੀਂ ਸਰ ਚਿੱਟੇ ਦਾ ਨਸ਼ਾ ਕਰਦੇ ਹਾਂ ਅਤੇ ਹੁਣ ਅਸੀਂ ਛੱਡਣਾ ਚਾਹੁੰਦੇ ਹਾਂ। ਅਤੇ ਕੁਝ ਦਿਨ ਪਹਿਲਾਂ ਸਾਡਾ ਯਾਰ ਦੋਸਤ ਇੱਕ ਉਹਦੀ ਓਵਰਡੋਜ਼ ਕਾਰਨ ਮੌਤ ਹੋ ਗਈ ਅਤੇ ਇਸ ਕਰਕੇ ਅਸੀਂ ਨਸ਼ਾ ਛੱਡਣਾ ਚਾਹੁੰਦੇ ਹਾਂ। ਅਤੇ ਸਾਨੂੰ ਰਵੀ ਭਾਜੀ ਮਿਲੇ ਨੇ ਅਤੇ ਜੋ ਉਹਨਾਂ ਨੂੰ ਅਸੀਂ ਬੇਨਤੀ ਕੀਤੀ ਕਿ ਵੀ ਸਾਡਾ ਨਸ਼ਾ ਛਡਾਓ, ਅਤੇ ਉਹ ਵਿਚਾਰੇ ਬਹੁਤ ਵਧੀਆ ਨੇ ਯਾਰ ਵੀਰੇ। ਉਹਨਾਂ ਦਾ ਗਰੁੱਪ ਬਣਾਇਆ ਹੋਇਆ ਹੈਗਾ ਯੂਥ ਪਾਵਰ, ਅਤੇ ਉਹ ਸਾਰੇ ਵੀਰਿਆਂ ਦੀ ਹੈਲਪ ਕਰਦੇ ਨੇ। ਕਦੋਂ ਤੋਂ ਨਸ਼ਾ ਕਰ ਰਹੇ ਹੋ? ਕਿਵੇਂ ਲੱਗੇ ਸੀ ਇਹ ਚਿੱਟੇ ਦਾ ਨਸ਼ਾ ਕਰਨ? ਸੁਣਿਆ ਕਿ ਵੀ 2-3 ਵਾਰ ਜੋ ਵੱਡਾ ਬੰਦਾ ਨਸ਼ਾ ਇਹ ਕਰ ਲੈਂਦਾ ਫਿਰ ਉਹ ਐਡਿਕਟ ਹੋ ਜਾਂਦਾ ਹੈਗਾ। ਇਹ 4 ਸਾਲ ਹੋ ਗਏ ਜੀ ਮੈਨੂੰ ਨਸ਼ਾ ਕਰਦੇ ਨੂੰ। ਇਹ ਸਾਡੇ ਬਸਤੀ 'ਚ ਨਸ਼ਾ ਮਿਲਦਾ ਜੀ, ਇਸ ਕਰਕੇ ਅਸੀਂ ਕਰਦੇ ਹਾਂ। ਠੀਕ ਹੈ ਜੀ। ਅਤੇ ਇਹ ਨਸ਼ਾ ਇੱਕ ਵਾਰ ਸਾਨੇ 4 ਵਾਰ ਸੇਵਨ ਕੀਤਾ ਨਸ਼ਾ, ਉਹ ਤੋਂ ਬਾਅਦ ਇਹ ਪੱਕਾ ਹੀ ਲੱਗ ਗਿਆ ਅਤੇ ਇਹਦੀ ਤੋੜ ਲੱਗਣ ਲੱਗ ਜਾਂਦੀ ਹੈ ਜੀ। ਇਹਦੇ ਕਰਕੇ ਨਸ਼ਾ ਛੁੱਟਦਾ ਨਹੀਂ ਹੈਗਾ ਜੀ। ਕਿੰਨੇ ਦਾ ਆਉਂਦਾ ਇਹ? ਇਹ ਘੱਟੋ ਘੱਟ 500 ਤੋਂ ਘੱਟ ਮਿਲਦਾ ਨਹੀਂ ਹੈਗਾ ਜੀ। ਅੱਛਾ, ਡੇਲੀ ਦਾ ਕਿੰਨਾ ਖਰਚ ਹੋ ਜਾਂਦਾ ਸੀ? ਫਿਰ ਪੈਸੇ ਕਿਵੇਂ ਅਰੇਂਜ ਕਰਦੇ ਸੀ? ਡੇਲੀ ਦਾ 2000-2500 ਰੁਪਈਆ ਹੀ ਖਰਚ ਹੋ ਜਾਂਦਾ ਗਾ। ਕਿਸੇ ਨਾ ਕਿਸੇ ਜਾਂ ਕਿਸੇ ਨੂੰ ਲਿਆ ਕੇ ਦੇਤਾ ਜਾਂ ਕਿਸੇ ਦਾ ਕੋਈ ਠੱਗੀ ਚੋਰੀ ਕਰ ਲਈ, ਐਵੇਂ ਘਰਦਿਆਂ ਤੋਂ ਤੰਗ ਕਰਕੇ ਪੈਸੇ ਲੈ ਲਏ, ਐਵੇਂ ਐਡਜਸਟਮੈਂਟ ਹੋ ਜਾਂਦਾ ਸੀ ਪੈਸਿਆਂ ਦਾ। ਘਰ ਦਾ ਵੀ ਮਾਹੌਲ ਖ਼ਰਾਬ ਹੋਇਆ ਹੋਣਾ, ਨਸ਼ੇ ਦੀ ਜਦੋਂ ਪੂਰਤੀ ਨਹੀਂ ਹੁੰਦੀ ਹੋਣੀ, ਤੋੜ ਲੱਗਦੀ ਹੋਣੀ, ਤਾਂ ਕੋਈ ਸਮਾਨ ਜਾਂ ਕੁਝ ਵੇਚਦੇ ਹੋਵੋਗੇ? ਕਈ ਵਾਰ ਤਾਂ ਹੀ ਘਰ ਦਾ ਸਮਾਨ, ਭਾਂਡੇ ਭੁੰਡੇ ਜਿਵੇਂ ਹੋ ਗਿਆ, ਘਰ ਦੇ ਕੁਝ ਹੋਰ ਕੋਈ ਚੀਜ਼ਾਂ ਵੇਚਤੀਆਂ, ਇਹਦੇ ਕਰਕੇ ਹੀ ਫਿਰ ਪੈਸਿਆਂ ਦਾ ਐਡਜਸਟਮੈਂਟ ਹੋ ਜਾਂਦਾ ਸੀ। ਘਰ 'ਚ ਲੜਾਈ ਵੀ ਬਹੁਤ ਹੋਈ ਹੈ। ਕਿੰਨੇ ਕੁ ਯਾਨੀ ਕਿ ਮੁੰਡੇ, ਕਿੰਨੀ ਉਮਰ ਹੈ ਤੁਹਾਡੀ, ਕਿੰਨੇ ਕੁ ਮੁੰਡੇ ਨਸ਼ੇ ਕਰਦੇ ਹੋਣੇ ਚਿੱਟੇ ਦਾ? ਮੇਰੀ 26 ਸਾਲ ਦੀ ਉਮਰ ਹੈ ਅਤੇ ਜੀ ਮੇਰੇ ਹਿਸਾਬ ਨਾਲ ਬਸਤੀ 'ਚ ਹੀ ਘੱਟੋ ਘੱਟ 100-150 ਮੁੰਡਾ ਨਸ਼ਾ ਕਰਦਾ ਹੋਊਗਾ। ਬਸਤੀ ਦਾ ਗੱਲੀ ਦਾ ਕਿਸ ਚੀਜ਼ ਦਾ ਨਸ਼ਾ? ਚਿੱਟੇ ਦਾ ਜੀ। ਚਿੱਟੇ ਦਾ ਨਸ਼ਾ। ਤੇ ਕੋਈ ਆਇਆ ਨਹੀਂ ਅੱਜ ਤੱਕ ਕੋਈ ਛੁਡਾਉਣ ਲਈ ਜਾਂ ਤੁਹਾਨੂੰ ਸਮਝਾਉਣ ਲਈ ਜਾਂ ਕਾਉਂਸਲਿੰਗ ਕਰਨ ਲਈ? ਕੋਈ ਨਹੀਂ ਹੈਗਾ ਜੀ। ਵੈਸੇ ਤਾਂ ਜੀ ਨਸ਼ਾ ਪੁਲਿਸ ਆਪ ਪਕਾਉਂਦੀ ਹੈ ਨਸ਼ੇ। ਅੱਛਾ। ਹਾਂ ਜੀ। ਸਰਕਾਰ ਤਾਂ ਬੜੇ ਬੜੇ ਟੀਵੀ 'ਤੇ ਦੇਖਿਆਗਾ ਸੈਮੀਨਾਰ ਲਾ ਰਹੀ ਹੈ ਵੀ ਅਸੀਂ ਛੁਡਾਤਾ, ਬੰਦ ਕਰਤਾ, ਬੰਦ ਕਰਾ ਦਾਂਗੇ।
ਕੁਝ ਨਹੀਂ ਹੁੰਦਾ ਹੈਗਾ ਵੀਰੇ, ਸਭ ਕੁਝ ਚੱਲੀ ਜਾਂਦਾ ਹੈ। ਤੁਸੀਂ ਹੋਰ ਲੋਕਾਂ ਨੂੰ ਕੀ ਅਪੀਲ ਕਰਨਾ ਚਾਹੋਗੇ ਜਿਹੜੇ ਮੁੰਡੇ ਨੇ ਜਿਹੜੇ ਆਪਣੀ ਜਾਨ ਵੀ ਖੋ ਚੁੱਕੇ ਨੇ, ਜਾਂ ਹੋਰਾਂ ਨੂੰ ਕੀ ਸਮਝਾਉਣਾ ਚਾਹੋਗੇ? ਮੈਂ ਤਾਂ ਵੀਰੇ ਇਹ ਸਮਝਾਉਣਾ ਚਾਹੁੰਦਾ ਗਾ ਵੀ ਇਹ ਨਸ਼ੇ ਦੇ ਰਾਹ 'ਚ ਨਾ ਪਾਓ ਤੇ ਚਿੱਟੇ ਦੇ ਵੀਰੇ, ਠੀਕ ਆ। ਇਹ ਬਹੁਤ ਭੈੜੀ ਚੀਜ਼ ਆ, ਠੀਕ ਆ ਵੀਰੇ। ਇਹ ਤਾਂ ਮੌਤ ਦਾ ਸੌਦਾ ਹੀ ਆ ਵੀਰੇ, ਜੋ ਆਪਾਂ ਖਰੀਦ ਰਹੇ ਹਾਂ ਇੱਕ ਤਰ੍ਹਾਂ ਦਾ। ਇਹ ਤਾਂ ਆਪਾਂ ਇੱਕ ਤਰ੍ਹਾਂ ਦੀ ਆਪਣੀ ਮੌਤ ਹੀ ਖਰੀਦ ਰਹੇ ਹਾਂ। ਮੈਂ ਤਾਂ ਸਾਰੇ ਭਰਾਵਾਂ ਨੂੰ ਇੱਕੋ ਬੇਨਤੀ ਆ ਵੀ ਇਹ ਨਸ਼ਾ ਛੱਡਣ, ਇਹਦੇ ਰਾਹ 'ਚ ਵੀ ਨਾ ਪੈਣ ਵੀਰੇ। ਆਪਣੀ ਤੇ ਹੀ ਅਪੀਲ ਆ ਸਾਰੇ ਮੁੰਡੇ ਨੂੰ। ਇਹ ਤੁਹਾਡੇ ਹੱਥ ਤੇ ਕਿਸ ਚੀਜ਼ ਦੇ ਨਿਸ਼ਾਨ ਨੇ? ਕਿੱਥੇ ਟੀਕਾ ਲੱਗਦਾ ਹੈਗਾ ਜਾਂ ਕਿਵੇਂ ਲਾਉਂਦੇ ਹੋ ਇਹ? ਬਾਂਹ 'ਤੇ ਲੱਗਦਾ ਟੀਕਾ ਜੀ। ਅੱਛਾ, ਇਹ ਨਾੜਾਂ 'ਚ ਟੀਕਾ ਲੱਗਦਾ, ਜਿਵੇਂ ਆਪਾਂ ਬਲੱਡ ਖਿੱਚਦੇ ਆ ਜੀ, ਐਵੇਂ ਟੀਕਾ ਲੱਗਦਾ ਜੀ। ਫਿਰ ਤਾਂ ਨਾੜਾਂ ਵੀ ਡੈਮੇਜ ਹੋ ਗਈਆਂ ਹੋਣੀਆਂ। ਹਾਂ ਜੀ, ਪੈਂਚਰ ਹੋਈਆਂ ਨੇ ਨਾੜਾਂ ਵਿੱਚ। ਅੱਛਾ। ਤੁਸੀਂ ਨਹੀਂ ਸਮਝਦੇ ਵੀ ਮਾਂ-ਬਾਪ ਵੀ ਔਖੇ ਹੋਏ ਹੋਣੇ ਵੀ ਆ ਨਸ਼ੇ ਦੇ ਚੱਕਰ ਦੇ ਵਿੱਚ ਸਾਰਾ ਕੁਝ ਖਰਾਬ ਆ, ਘਰ ਵੀ ਖਰਾਬ ਹੋ ਗਿਆ? ਬਹੁਤ ਮਾਂ-ਬਾਪ ਔਖੇ ਨੇ ਜੀ, ਤੰਗ ਕਰਦੇ ਆ, ਪਰ ਔਖੇ ਤਾਂ ਆਪੇ ਹੋਣਾ ਜੀ, ਅਸੀਂ ਆਪ ਤੰਗ ਕਰਦੇ ਆ। ਇਸ ਲਈ ਇਹ ਕਦਮ ਚੱਕਿਆ ਵੀ ਸਾਡੇ ਭਰਾ ਵਿਕਰਮ ਜੀ ਜਿਉਂਦੇ ਰਹਿਣ, ਇਹਨਾਂ ਨੂੰ ਰੱਬ ਬਹੁਤ ਲੰਬੀ ਉਮਰ ਲਾਵੇ, ਜਿਨ੍ਹਾਂ ਨੇ ਸਾਡੀ ਜ਼ਿੰਦਗੀ ਵਿਚਾਰੇ ਨੇ ਇਹ, ਠੀਕ ਆ। ਤੇ ਰਵੀ ਭਾਈ ਜਿਉਂਦੇ ਰਹਿਣ, ਇਹਨਾਂ ਨੇ ਸਾਡਾ ਸਾਥ ਦਿੱਤਾ ਤੇ ਸਾਡੇ ਨਾਲ ਖੜੇ ਨੇ। ਇਸ ਕਰਕੇ ਅਸੀਂ ਨਸ਼ਾ ਛੱਡ ਦਾਂਗੇ ਤੇ ਅਸੀਂ ਉਹਦੀ ਜ਼ਿੰਦਗੀ ਸੁਧਾਰਨਾ ਚਾਹੁੰਦੇ ਹਾਂ। ਵਿਕਰਮ ਭਾਈ ਨੂੰ ਲੰਬੀ ਉਮਰ ਦੇਣਾ। ਠੀਕ ਹੈ। ਇੱਕ ਹੋਰ ਯੁਵਕ ਨੇ ਬਾਹਾਂ 'ਤੇ ਕਿਵੇਂ ਨਿਸ਼ਾਨ ਪਏ ਇੰਨੇ, ਤੁਸੀਂ ਇਹ ਕੱਟ ਮਾਰ ਰੱਖੇ ਨੇ ਵੀ ਕੀ ਨਸ਼ੇ ਕਰਕੇ? ਭਾਈ ਨਸ਼ੇ ਕਰਕੇ ਪੈਸੇ ਨਹੀਂ ਮਿਲਦੇ ਜੀ, ਘਰ ਦੇ ਲੜ ਲੁੜ ਪੈਂਦੇ ਸੀ ਤਾਂ ਲੈ ਲੈਂਦੇ ਸੀ, ਪੈਸੇ ਮਿਲਦੇ ਨਹੀਂ ਨਾ। ਕਦੋਂ ਤੋਂ ਨਸ਼ਾ ਕਰ ਰਹੇ ਹੋ ਗਏ ਸਾਨੂੰ 3-4 ਸਾਲ ਹੀ ਨਸ਼ਾ ਕਰਦੇ ਨੇ ਸਰ। ਕਾਹਦਾ ਨਸ਼ਾ ਕਰ ਰਹੇ ਹੋ? ਅਸੀਂ ਚਿੱਟੇ ਦੇ ਹੀ ਕਰਦੇ ਹਾਂ ਸਰ। ਚਿੱਟੇ ਦਾ ਨਸ਼ਾ? ਹੋਰ ਕਿੰਨੇ ਕੁ ਜਣੇ ਕਰਦੇ ਨੇ ਮੁੰਡੇ ਨਸ਼ਾ? ਵਾਧੂ ਹੀ ਕਰਦੇ ਨੇ ਜੀ, ਬਾਕੀ ਲੈਣ ਆਉਂਦੇ ਨੇ ਨਸ਼ਾ ਪੱਤਾ ਹੀ, ਉਹਨਾਂ ਤੇ ਕੱਢ ਕੁੱਢ ਕੇ ਲਾ ਲੈਂਦੇ ਜੀ। ਜੇ ਕੋਈ 500 ਦਾ ਲੈਣਾ ਗਾ, ਅੱਧਾ ਉਹਨੂੰ ਦੇਤਾ ਜੀ, ਅੱਧਾ ਆਪ ਹੀ ਲਿਆ, ਐਂ ਕਰ ਲੈਂਦੇ ਜੀ। ਚਿੱਟੇ ਦਾ ਹੀ ਨਸ਼ਾ ਕਰਦੇ ਨੇ ਸਾਰੇ? ਹਾਂ ਜੀ ਸਰ। ਇਹ ਲੱਗੇ ਕਿਵੇਂ ਸੀਗੇ? ਹੁਣ ਕੀ ਪਤਾ ਜੀ, ਇਹ ਤਾਂ ਕਿਸੇ ਦਾ ਮਨ ਆ ਜੀ, ਇਹ ਤਾਂ ਆਪਦਾ ਹੀ ਮਨ ਆ ਜੀ। ਹੁਣ ਜੇ ਅਸੀਂ ਸਵਾਦ ਨੂੰ ਲੱਗਿਆ ਤਾਂ ਹੀ ਆ ਬਰਬਾਦ ਹੋਈ ਬੈਠਾ ਜੀ। ਤੇ ਇੱਕ ਬਸਤੀ 'ਚ ਸਾਡਾ ਮੁੰਡਾ ਜੀ, ਉਹਦੀ ਡੈਥ ਹੋ ਗਈ, ਉਹਦੇ ਕਰਕੇ ਸਾਨੂੰ ਡਰ ਲੱਗਦਾ ਵਾ ਜੀ। ਤੇ ਸਾਡੇ ਘਰ ਦੇ ਵੀ ਬਹੁਤ ਰੋਂਦੇ ਨੇ ਜੀ। ਇੱਕ ਡੋਜ਼ ਕਿੰਨੇ ਕੁ ਦੀ ਆਉਂਦੀ ਹੈ? ਆਹੀ 400-500 ਦੀ ਆਉਂਦੀ ਹੈ ਜੀ, 400-500 ਤੋਂ ਘੱਟ ਮਿਲਦਾ ਨਹੀਂ ਸਰ। ਤੇ ਪੈਸੇ ਕਿੱਥੋਂ ਹੁੰਦੇ ਨੇ? ਮੰਨ ਲਓ ਕੰਮ ਕਾਰ ਨਹੀਂ। ਇਹ ਘਰ ਦਾ ਸਮਾਨ ਵੀ ਬਹੁਤ ਵੇਚਿਆ ਜੀ, ਤੁਹਾਡੇ ਮੂਹਰੇ ਕੀ ਲੋਕ ਆ ਸਰ। ਘਰ ਦੀ ਚੋਰੀਆਂ ਕਰਦੇ ਰਹਿੰਦੇ ਸੀ, ਕਈ ਵਾਰ ਲੜ ਕੇ ਲੈਂਦੇ ਸੀ ਪੈਸੇ, ਫਿਰ ਉਹ ਦਿੰਦੇ ਸੀ, ਮਰਦੇ ਸੀ ਨਾ ਅਸੀਂ, ਤਾਂ ਕਰਕੇ ਔਖਾ। ਫਿਰ ਘਰ ਦੇ ਐਵੇਂ ਜਰਦੇ ਨਹੀਂ ਸਰ। ਹੁਣ ਤੁਸੀਂ ਨਸ਼ਾ ਛੱਡਣਾ ਚਾਹੁੰਦੇ ਹੋ? ਹਾਂ ਜੀ ਸਰ, ਤਾਂ ਹੀ ਆਇਆ ਜੀ ਨਸ਼ਾ ਛੱਡਣਾ ਜੀ। ਕਿੰਨੀ ਉਮਰ ਹੈ? ਉਮਰ ਮੇਰੀ 21 ਸਾਲ ਹੈ ਸਰ। ਸਰਕਾਰ ਨੂੰ ਕੀ ਕਹੋਗੇ ਵੀ ਇੰਨੇ ਕਿੰਨੇ ਕੁ ਮੁੰਡੇ ਨਸ਼ਾ ਕਰ ਰਹੇ ਨੇ, ਛੱਡਣ? ਅਸੀਂ ਤਾਂ ਹੀ ਕਹਿੰਦੇ ਜੀ ਸਰਕਾਰ ਨੂੰ, ਸਭ ਕਿਤੇ ਰੁਕਾਵਟ ਆਵੇ, ਨਸ਼ਾ ਮਿਲੇ ਨਾ ਜੀ। ਹੁਣ ਕਿਹੜਾ ਹੀ ਇਕੱਲੇ ਸੰਗਰੂਰ 'ਚ ਵੇਚਦਾ ਜੀ, ਸਾਰੇ ਸ਼ਹਿਰਾਂ 'ਚ ਹੀ ਵਿਕਦਾ ਜੀ। ਇਹ ਤਾਂ ਹੀ ਬਹੁਤ ਗੰਦੀ ਚੀਜ਼ ਹੈ ਜੀ। ਸਭ ਲੱਗੇ ਹੋਣੇ ਜੀ, ਬੱਚੇ ਪੀਂਦਾ ਨਹੀਂ, ਕਿਹੜਾ ਨਹੀਂ ਪੀਂਦਾ ਸਰ। ਸਾਰੇ ਕਿੰਨੇ ਕੁ ਮੁੰਡੇ ਹੋਰ ਹੋਣੇ ਤੁਹਾਡੀ ਬਸਤੀ 'ਚ? ਬਥੇਰੇ ਨਹੀਂ ਮੁੰਡੇ, ਵਾਧੂ ਨਹੀਂ, 150 ਦਾ ਮੁੰਡਾ ਹੈਗੇ ਨਹੀਂ ਜਿਹੜੇ ਪੀਂਦੇ ਨਹੀਂ। ਕੋਈ ਕਹਿਣ ਨਹੀਂ ਆਇਆ, ਕੋਈ ਛਡਾਉਣ ਨਹੀਂ ਆਇਆ ਕਹਿਣ? ਕੋਈ ਨਹੀਂ ਆਉਂਦਾ ਜੀ, ਆਪਦੇ ਸਵਾਦ ਨੂੰ ਦੇਖਦਾ ਜੀ। ਬਸ ਸਾਡੇ ਤਾਂ ਕਰਦੇ ਨਹੀਂ ਜੀ, ਜਿਹੜੇ ਕਹਿੰਦੇ ਨੇ ਬਚ ਜਾਓਗੇ, ਕਿਸੇ ਦਾ ਕੀ ਲਾ ਜਾਓਗੇ, ਮਰ ਗਿਆ, ਕਿਸੇ ਨੇ ਨਹੀਂ ਪੁੱਛਣਾ। ਤੁਹਾਡੀ ਬਸਤੀ 'ਚ ਵਿਕਦਾ ਵੀ ਹੈ? ਵੀ ਐਂ ਤਾਂ ਹੀ ਹੁਣ ਮਿਲੀ ਜਾਂਦੇ ਨੇ ਜੀ, ਬਥੇਰੇ ਲੋਕ ਨੇ। ਜਦੋਂ ਇਸ ਬਾਰੇ ਸੰਗਰੂਰ ਦੇ ਉੱਚ ਪੁਲਿਸ ਅਧਿਕਾਰੀ ਦੇ ਨਾਲ ਗੱਲਬਾਤ ਕੀਤੀ ਗਈ ਕਿ 2 ਨੌਜਵਾਨ ਨਸ਼ਾ ਛੱਡਣਾ ਚਾਹੁੰਦੇ ਨੇ, ਪਰ ਉਹਨਾਂ ਨੇ ਇੱਕ ਵੱਡਾ ਖੁਲਾਸਾ ਕੀਤਾ ਆ ਕਿ ਨਸ਼ਾ ਤਾਂ ਉਹ ਛੱਡਣ ਲਈ ਆ ਰਹੇ ਨੇ, ਪਰ ਹਾਲੇ ਵੀ ਆਸੇ-ਪਾਸੇ ਬਹੁਤ ਵੱਡੀ ਤਾਦਾਦ ਵਿੱਚ ਨਸ਼ੇ ਵਿਕ ਰਹੇ ਨੇ, ਨੌਜਵਾਨ ਇਹਦੇ ਵਿੱਚ ਗਲਤਾਨ ਹੁੰਦੇ ਜਾ ਰਹੇ ਨੇ। ਤਾਂ ਕੀ ਬੋਲਦੇ ਨੇ ਪੁਲਿਸ ਅਧਿਕਾਰੀ, ਆਓ ਇਹ ਵੀ ਜਾਣਦੇ ਹਾਂ। ਇਹ ਜਿਹੜੇ ਜੀ ਦੇਖੋ ਰਾਜੂ ਤੇ ਸਾਗਰ ਨਾਂ ਦੇ ਜਿਹੜੇ 2 ਲੜਕੇ ਆ, ਇਹ ਰਾਮਨਗਰ ਬਸਤੀ ਦੇ ਰਹਿਣ ਵਾਲੇ ਆ। ਜਿਹੜੇ ਇਹ ਰਾਜੂ ਤੇ ਵੀ 3 ਮੁਕੱਦਮੇ 4 ਮੁਕੱਦਮੇ ਜਿਹੜੇ ਆ NDPS ਐਕਟ ਦੇ ਦਰਜ ਆ, ਤੇ ਸਾਗਰ ਤੇ ਵੀ 3 ਮੁਕੱਦਮੇ ਦਰਜ ਆ। ਜਿਹੜਾ ਇਹਨਾਂ ਦੀ ਪੜਤਾਲ ਕਰਨ ਤੇ ਪਾਇਆ ਗਿਆ ਵੀ ਇਹਨਾਂ ਦੇ ਸਾਰੇ ਪਰਿਵਾਰਕ ਮੈਂਬਰ, ਇਹਨਾਂ ਦੇ ਜਿਹੜੇ ਫਾਦਰ ਦੋਹਾਂ ਦੇ, ਉਹਨਾਂ ਦੇ ਖਿਲਾਫ ਵੀ NDPS ਐਕਟ ਦੇ ਮੁਕੱਦਮੇ ਦਰਜ ਆ। ਮੋਰਓਵਰ ਇਹਨਾਂ ਦੀ ਜਿਹੜੀਆਂ ਮਦਰ ਆ ਦੋਹਾਂ ਦੀਆਂ, ਉਹਨਾਂ ਖਿਲਾਫ ਵੀ ਮੁਕੱਦਮੇ ਦਰਜ ਆ। ਤੇ ਇਹ ਆਪ ਵੀ ਨਸ਼ਾ ਵੇਚਣ ਦੇ ਆਦੀ ਸੀਗੇ। ਪਰ ਜਿਹੜੀ ਬਾਕੀ ਰਾਮਨਗਰ ਬਸਤੀ ਵਾਲੀ ਗੱਲ ਹੈ, ਉਹਨੂੰ ਪਹਿਲਾਂ ਹੀ ਅਸੀਂ ਹੌਟ ਸਪੌਟ ਜਿਹੜਾ ਡਿਕਲੇਅਰ ਕੀਤਾ ਹੋਇਆ ਆ, ਤੇ ਸਮੇਂ-ਸਮੇਂ 'ਤੇ ਉਹਦੇ 'ਤੇ ਅਸੀਂ ਜਿਹੜੀ ਰੇਡ ਕਰਕੇ ਅਸੀਂ ਕਾਰਵਾਈ ਵੀ ਕਰ ਰਹੇ ਹਾਂ। ਦੂਸਰਾ ਜਿਹੜਾ ਅੱਜ ਨਸ਼ਾ ਛਡਾਊ ਕੇਂਦਰ ਗਏ ਆ, ਜਿਹੜਾ ਮੈਨੂੰ ਪਤਾ ਲੱਗਾ ਵੀ ਯੂਥ ਪਾਵਰ ਗਰੁੱਪ ਜਿਹੜੇ ਆਪਣੇ ਹੈਗੇ, ਜਿਨ੍ਹਾਂ ਦੇ ਪ੍ਰਧਾਨ ਵਿਕਰਮ ਜੀ ਆ, ਉਹਨਾਂ ਦੇ ਰਾਹੀਂ ਗਏ ਆ। ਤੇ ਇਹ ਬੜਾ ਵਧੀਆ ਇਹਨਾਂ ਨੇ ਅੱਜ ਕਰਿਆ ਆ। ਜੇ ਗਏ ਆ ਤਾਂ ਘੱਟੋ ਘੱਟ ਇਹਦੇ ਨਾਲ ਜਿਹੜਾ ਆ ਇਹ ਸਾਹਮਣੇ ਆਏ ਆ, ਚਾਹੇ ਆਪ ਵੀ ਨਸ਼ਾ ਵੇਚਦੇ ਰਹੇ ਆ, ਜੇ ਹੁਣ ਇਹ ਨਸ਼ਾ ਛੱਡਣ ਦੀ ਨੀਅਤ ਨਾਲ ਸਾਹਮਣੇ ਆਏ ਆ ਤੇ ਬਹੁਤ ਚੰਗਾ ਕੰਮ ਹੈ। ਤੇ ਇਹਦੇ ਵਿੱਚ ਅਸੀਂ ਵੀ ਜਿਹੜਾ ਹੈਗਾ ਆ ਯੂਥ ਪਾਵਰ ਕਲੱਬ ਵਾਲਿਆਂ ਨਾਲ ਮਿਲ ਕੇ ਅਸੀਂ ਵੀ ਇਹਨਾਂ ਦਾ ਪੂਰਾ ਸਹਿਯੋਗ ਕਰਾਂਗੇ। ਸਰ, ਜਿਸ ਤਰ੍ਹਾਂ ਕਈਆਂ ਨੂੰ ਕਾਲਾ ਪੀਲੀਆ ਤੇ ਏਡਸ ਦੀ ਸ਼ਿਕਾਇਤ ਆਈ ਹੈ, ਕਿਉਂਕਿ ਇੰਜੈਕਸ਼ਨ ਲਗਾਉਂਦੇ ਨੇ ਤਾਂ ਹੋਰ ਵੀ ਜਿਹੜੇ ਲੜਕੇ ਹੋਣੇ ਉੱਥੇ,
ਇਸ ਸੰਬੰਧੀ ਅਸੀਂ ਪਹਿਲਾਂ ਹੀ, ਕਿਉਂਕਿ ਜਦੋਂ ਅਸੀਂ ਇਹਨਾਂ ਤੋਂ ਜੇ ਪੁਲਿਸ ਪੁੱਛਗਿੱਛ ਕਰੂਗੀ ਤਾਂ ਹੋ ਸਕਦਾ ਇਹ ਸਾਨੂੰ ਅੱਗੇ ਹੋਰਾਂ ਦੇ ਨਾਲ ਦਿਆਂ ਦੇ ਜਿਨ੍ਹਾਂ ਨੂੰ ਪੋਸੀਬਿਲਿਟੀ ਹੋ ਸਕਦੀ ਇਸ ਚੀਜ਼ ਦੀ, ਉਹਨਾਂ ਨੂੰ ਨਾ ਕਲੀਅਰ ਕਰਨ। ਇਹ ਜਿਹੜਾ ਕੰਮ ਆ ਅਸੀਂ ਅੱਗੇ ਯੂਥ ਪਾਵਰ ਕਲੱਬ ਵਾਲਿਆਂ ਨਾਲ ਮਿਲ ਕੇ ਅਸੀਂ ਇਹਨੂੰ ਇਹਨਾਂ ਨੂੰ ਅੱਗੇ ਲਾ ਕੇ ਅਸੀਂ ਇਹਨਾਂ ਦੀ ਹਰ ਤਰ੍ਹਾਂ ਦੀ ਜਿਹੜੀ ਇਹਨਾਂ ਨੂੰ ਪ੍ਰਸ਼ਾਸਨ ਤੋਂ ਮਦਦ ਦੀ ਲੋੜ ਹੋਊਗੀ ਅਸੀਂ ਦੇਵਾਂਗੇ, ਤੇ ਅਸੀਂ ਉੱਥੋਂ ਆਇਡੈਂਟੀਫਾਈ ਵੀ ਕਰਾਂਗੇ। ਜਿਹਨੂੰ ਡੀਡ ਐਕਸ਼ਨ ਦੀ ਲੋੜ ਹੋਊਗੀ ਉਹਨੂੰ ਡੀਡ ਐਕਸ਼ਨ ਕਰਾਵਾਂਗੇ, ਜਿਹਨੂੰ ਕੋਈ ਮੈਡੀਕਲ ਜ਼ਰੂਰਤ ਹੋਊਗੀ ਉਹਨੂੰ ਅਸੀਂ ਮੈਡੀਕਲ ਸਹੂਲਤ ਦੇਵਾਂਗੇ। ਤੁਸੀਂ ਸੁਣਿਆ ਕਿ ਉੱਚ ਪੁਲਿਸ ਅਧਿਕਾਰੀ ਕਹਿੰਦੇ ਨੇ ਕਿ ਮਾਮਲਾ ਉਹਨਾਂ ਦੇ ਧਿਆਨ ਹਿੱਤ ਹੈ। ਜਿਸ ਤਰੀਕੇ ਨੌਜਵਾਨਾਂ ਨੇ ਇਨਕਸ਼ਾਫ ਕੀਤਾ ਹੈ, ਹਾਲਾਂਕਿ ਇਹ ਵੀ ਦੱਸਿਆ ਕਿ ਇਹਨਾਂ ਨੌਜਵਾਨਾਂ ਦੇ ਉੱਤੇ ਕੁਝ ਨਸ਼ਿਆਂ ਨੂੰ ਲੈ ਕੇ ਮਾਮਲੇ ਵੀ ਪੁਲਿਸ ਕੋਲੇ ਦਰਜ ਆ। ਫਿਰ ਵੀ ਜਿਸ ਤਰੀਕੇ ਨਾਲ ਉਹ ਮੁਖਤਾਰਾ ਵਿੱਚ ਸ਼ਾਮਲ ਹੋਣਾ ਚਾਹੁੰਦੇ ਨੇ ਤਾਂ ਜੋ ਇਨਕਸ਼ਾਫ ਉਹਨਾਂ ਵੱਲੋਂ ਕੀਤਾ ਜਾ ਰਿਹਾ ਹੈ ਤਾਂ ਉਸ ਬਾਰੇ ਹੀ ਪੁਲਿਸ ਅਧਿਕਾਰੀ ਦਾ ਕਹਿਣਾ ਹੈ ਕਿ ਇਸ ਦੀ ਹਰ ਹੀਲੇ ਜਾਂਚ ਕੀਤੀ ਜਾਵੇਗੀ। ਮੁਖਤਾਰਾ ਵਿੱਚ ਅਗਰ ਇਹ ਸ਼ਾਮਲ ਹੋ ਰਹੇ ਨੇ, ਵਾਪਸ ਮੁੜ ਰਹੇ ਨੇ ਆਪਣੀ ਜ਼ਿੰਦਗੀ ਦੇ ਲਈ, ਚੰਗੇ ਦਿਨਾਂ ਦੇ ਲਈ, ਆਪਣੇ ਪਰਿਵਾਰ ਦੇ ਲਈ, ਤਾਂ ਸਵਾਗਤ ਕਰਨਾ ਵੀ ਬਣਦਾ ਇਹੋ ਜਿਹੇ ਨੌਜਵਾਨਾਂ ਦਾ ਜਿਹੜੇ ਨਸ਼ਿਆਂ ਵਿੱਚ ਗਲਤਾਨ ਹੋ ਚੁੱਕੇ ਨੇ। ਸੰਗਰੂਰ ਤੋਂ ਕੀਰਤੀਪਾਲ ਦੀ ਰਿਪੋਰਟ।